ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੋ ਆਓ ਅੱਜ ਆਪਾਂ ਭਗਤ ਕਬੀਰ ਜੀ ਦਾ ਸ਼ਬਦ ਹੈ ਜੋ ਆਸਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 484 ਅੰਗ ਤੇ ਸੁਭਾਏਮਾਨ ਹੈ, ਜੋ ਉਸ ਸਮੇਂ ਦਾ ਭਗਤ ਕਬੀਰ ਜੀ ਨੇ ਚਿੱਤਰੋਂ ਲਿਖਿਆ ਹੈ ਕਿ ਉਸ ਸਮੇਂ ਜੋ ਬ੍ਰਾਹਮਣਾਂ ਦਾ ਬੋਲ ਚਾਲ ਜ਼ਿਆਦਾ ਸੀ ਤੇ ਉਸ ਸਮੇਂ ਦੇ ਵਿੱਚ ਤੀਰਥਾਂ ਨੂੰ ਮਹੱਤਤਾ ਜ਼ਿਆਦਾ ਦਿੱਤੀ ਗਈ ਸੀ ਤੇ ਤੀਰਥਾਂ ਤੇ ਨਹਾਉਣ ਨਾਲ ਮੁਕਤੀ ਹੁੰਦੀ ਹੈ, ਜਾਂ ਇਸ ਸਥਾਨ ਤੇ ਜੋ ਜੀਵ ਚੜ੍ਹਾਈ ਕਰਦਾ ਹੈ, ਭਾਵ ਕਿ ਆਪਣਾ ਸਰੀਰ ਛੱਡਦਾ ਹੈ ਤੇ ਉਹ ਸਵਰਗਾਂ ਨੂੰ ਜਾਂਦਾ ਹੈ ਤੇ ਇਸ ਧਰਤੀ ਤੇ ਮਰਨ ਵਾਲਾ ਆਦਮੀ ਨਰਕਾਂ ਨੂੰ ਜਾਂਦਾ ਹੈ। ਇਹ ਬ੍ਰਾਹਮਣਾਂ ਦਾ ਜੋ ਸੋਚ ਸੀ, ਉਹਨਾਂ ਦੇ ਮਨ ਦੇ ਵਿੱਚ ਇਹ ਚੰਗਾ ਅਤੇ ਮਾੜਾ ਜੋ ਵਿਚਾਰ ਸੀ, ਤੇ ਭਗਤ ਕਬੀਰ ਜੀ ਨੇ ਇਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਬ੍ਰਾਹਮਣਾਂ ਨੇ ਆਮ ਲੋਕਾਂ ਨੂੰ ਮੂਰਖ ਬਣਾਇਆ ਜਾਂ ਚੰਗਾ ਜਾਂ ਮਾੜਾ ਇਸ ਨੂੰ ਦੱਸਿਆ, ਧਰਤੀ ਨੂੰ ਵੀ ਚੰਗੀ ਜਾਂ ਮਾੜੀ ਦੱਸੀ ਹੈ। ਸੋ ਭਗਤ ਕਬੀਰ ਜੀ ਦੇ ਇਹ ਸ਼ਬਦ ਹੈ ਤੇ ਸੋ ਆਓ ਭਗਤ ਕਬੀਰ ਜੀ ਦੇ ਸ਼ਬਦ ਸਰਵਣ ਕਰੀਏ ਤੇ ਜੋ ਭਗਤ ਜੀ ਦੇ ਬਚਨ ਹਨ। ਸੋ ਭਗਤ ਕਬੀਰ ਜੀ ਆਸਾ ਦੇ ਵਿੱਚ ਫਰਮਾ ਰਹੇ ਹਨ, ਆਓ ਪ੍ਰੇਮ ਸਹਿ ਸਰਵਣ ਕਰੀਏ ਜੀ। ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨ ਜਾਨਾ। ਲੋਕਪਤੀ ਨੇ ਕਛੂ ਨ ਹੋਵੈ, ਨਾਹੀ ਰਾਮ ਅਯਾਨਾ। ਅੰਤਰ ਭਾਵ ਮਨ ਦੇ ਵਿੱਚ ਮੈਲ, ਵਿਕਾਰਾਂ ਦੀ ਮੈਲ। ਕਹਿੰਦੇ ਨੇ ਜੇ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਹੈ ਤੇ ਮਨ ਦੇ ਵਿੱਚ ਵਿਕਾਰ ਉੱਠ ਰਹੇ ਹੈ, ਮਨ ਦੇ ਵਿੱਚ ਕਿਸੇ ਪ੍ਰਤੀ ਧੋਖਾ ਹੈ, ਫਰੇਬ ਹੈ, ਠੱਗੀ ਹੈ, ਤੇ ਕੋਈ ਮਨੁੱਖ ਤੀਰਥਾਂ ਦੇ ਉੱਤੇ ਨਹਾਉਂਦਾ ਫਿਰੇ ਤਾਂ ਇਸ ਤਰ੍ਹਾਂ ਉਸ ਨੇ ਸੁਰਗਾਂ ਦੇ ਵਿੱਚ ਅਪੜਨਾ ਨਹੀਂ, ਭਾਵ ਕਿ ਉਹਦੀ ਮੁਕਤੀ ਨਹੀਂ ਹੁੰਦੀ। ਜੇ ਤੀਰਥ ਤੇ ਜਾਣ ਨਾਲ, ਤੀਰਥਾਂ ਤੇ ਨਹਾਉਣ ਦੇ ਨਾਲ ਕੋਈ ਮੁਕਤੀ ਨਹੀਂ ਹੁੰਦੀ। ਤੇ ਭਗਤ ਕਬੀਰ ਜੀ ਨੇ ਇਹ ਸ਼ਬਦ ਕਿਉਂ ਕਹੇ ਹੈ? ਕਿਉਂਕਿ ਤੀਰਥ ਦੇ ਉੱਤੇ ਨਹਾਉਣ ਦੇ ਨਾਲ ਕਹਿੰਦੇ ਵੀ ਤਨ ਦੀ ਜੋ ਮੈਲ ਲੱਥ ਜਾਂਦੀ ਹੈ ਤੇ ਉਹਦੇ ਨਾਲ ਤਨ ਸਾਫ਼ ਹੋ ਸਕਦਾ ਹੈ, ਪਰ ਮਨ ਨਹੀਂ ਸਾਫ਼ ਹੋ ਸਕਦਾ। ਕਿਉਂਕਿ ਜਿੰਨਾ ਚਿਰ ਅਸੀਂ ਗੁਰੂ ਦੇ ਲੜ ਲੱਗਦੇ ਨਹੀਂ, ਗੁਰੂ ਦੇ ਨਾਲ ਪ੍ਰੇਮ ਨਹੀਂ ਕਰਦੇ, ਤੇ ਉਹਨਾਂ ਚਿਰ ਮਨ ਦੀ ਜੋ ਮੈਲ ਲੱਥਦੀ ਨਹੀਂ। ਤੇ ਭਗਤ ਕਬੀਰ ਜੀ ਕਹਿੰਦੇ ਬੇਸ਼ੱਕ ਕੋਈ ਤੀਰਥਾਂ ਤੇ ਨਹਾਈ ਜਾਵੇ, ਹਰ ਰੋਜ਼ ਤੀਰਥਾਂ ਤੇ ਨਹਾਉਣਾ ਕਰੇ, ਮਨ ਦੇ ਵਿੱਚ ਵਿਕਾਰ ਹੈ, ਮਨ ਦੇ ਵਿੱਚ ਕਪਟ ਹੈ, ਮਨ ਦੇ ਵਿੱਚ ਧੋਖਾ ਹੈ, ਮਨਾਂ ਦੇ ਵਿੱਚ ਮੈਲ ਜ਼ਿਆਦੇ ਹੈ, ਤੇ ਇਸ ਕਰਕੇ ਕਹਿੰਦੇ ਉਹਦੀ ਗਤੀ ਨਹੀਂ ਹੁੰਦੀ। ਤੇ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਵਿੱਚ ਫਰਮਾਉਂਦੇ ਹੈ ਕਿ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਧੋਏ। ਕਹਿੰਦੇ ਨੇ ਜਿਸ ਤਰ੍ਹਾਂ ਮੈਲੇ ਕੱਪੜੇ ਨੂੰ ਉਜਲ ਕਰਨ ਵਾਸਤੇ, ਉਹਨੂੰ ਸਾਫ਼ ਕਰਨ ਵਾਸਤੇ ਸਾਬਣ ਦੀ ਲੋੜ ਪੈਂਦੀ ਹੈ, ਪਾਣੀ ਦੀ ਲੋੜ ਪੈਂਦੀ ਹੈ। ਸਾਬਣ ਮੈਲ ਨੂੰ ਕੱਟਦਾ
ਤੇ ਪਾਣੀ ਬਾਹਰ ਕੱਢਦਾ। ਇਸੇ ਤਰ੍ਹਾਂ ਇਹਨਾਂ ਦੋਨਾਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਉਹ ਕੱਪੜਾ ਸਾਫ਼ ਹੋ ਜਾਂਦਾ ਹੈ। ਭਰੀਐ ਮਤ ਪਾਪਾ ਕੇ ਸੰਗ। ਤੇ ਕਹਿੰਦੇ ਜੇ ਮਨ ਦੇ ਵਿੱਚ ਮੈਲ ਹੈ, ਮਨ ਦੇ ਵਿੱਚ, ਇਸ ਮਤ ਦੇ ਵਿੱਚ ਵਿਕਾਰ ਹੈ, ਤੇ ਉਹ ਕਿਸ ਤਰ੍ਹਾਂ ਸਾਫ਼ ਹੋਣਗੇ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਭਾਵ ਕਿ ਉਸ ਪਰਮਾਤਮਾ ਦਾ ਨਾਮ ਲੈਣ ਦੇ ਨਾਲ, ਉਸ ਪਰਮਾਤਮਾ ਦੇ ਜੁੜਨ ਦੇ ਨਾਲ, ਪਰਮਾਤਮਾ ਦੇ ਸੱਚੇ ਰਸਤੇ ਤੇ ਤੁਰਨ ਦੇ ਨਾਲ, ਕਹਿੰਦੇ ਨੇ ਉਸ ਦੀ ਸੇਵਾ ਕਰਨ ਦੇ ਨਾਲ ਤੇ ਸਿਮਰਨ ਦੇ ਨਾਲ ਇਹ ਮਨ ਦੀ ਮੈਲ ਖਤਮ ਹੋ ਜਾਂਦੀ ਹੈ। ਤੇ ਉਹਨਾਂ ਦਾ ਤੀਰਥਾਂ ਤੇ ਜਾਣਾ ਸਫਲ ਹੈ ਜੋ ਪਰਮਾਤਮਾ ਦੇ ਨਾਲ ਜੁੜੇ ਹਨ ਤੇ ਮਨ ਨੂੰ ਨੀਵਾਂ ਕੀਤਾ ਹੈ, ਮਨ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ। ਤੇ ਜੇ ਮਨ ਦੇ ਵਿੱਚ ਮੈਲ ਰੱਖ ਕੇ ਅਸੀਂ ਤੀਰਥਾਂ ਤੇ ਜਾ ਰਹੇ ਹਾਂ, ਅਸੀਂ ਇਸ਼ਨਾਨ ਕਰ ਰਹੇ ਹਾਂ, ਤੇ ਕਹਿੰਦੇ ਉਸ ਤੀਰਥ ਤੇ ਜਾਣ ਦਾ ਕੋਈ ਫਾਇਦਾ ਨਹੀਂ। ਲੋਕ ਪੁਤੀ ਨੇ ਕਛੂ ਨ ਹੋਵੈ, ਨਾ ਹੀ ਰਾਮ ਇਆਨਾ। ਭਾਵ ਤੀਰਥਾਂ ਉੱਤੇ ਨਹਾਤਿਆਂ ਲੋਕ ਕਹਿਣ ਲੱਗ ਜਾਣਗੇ ਕਿ ਬੜਾ ਭਗਤ ਹੈ, ਬੜਾ ਸ਼ਰਧਾਲੂ ਹੈ, ਬੜਾ ਸੇਵਾਦਾਰ ਹੈ। ਤੇ ਲੋਕਾਂ ਦੀ ਵਡਿਆਈ ਕੀਤਿਆਂ ਕਹਿੰਦੇ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਜੋ ਹਰੇਕ ਦੇ ਦਿਲ ਦੀ ਜਾਣਦਾ ਹੈ ਤੇ ਪਰਮਾਤਮਾ ਕੋਈ ਅਣਜਾਣ ਨਹੀਂ ਹੈ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗਿਆ ਕੀਤਾ ਅਰਦਾਸ। ਭਾਵ ਕਿ ਉਹ ਘਟ ਘਟ ਕੀ ਜਾਣਹਾਰ ਹਨ, ਉਹ ਹਰੇਕ ਮਨੁੱਖ ਦੇ ਜੀਵ ਦੇ ਅੰਦਰ ਦੀ ਜਾਣਦਾ ਹੈ। ਤੇ ਜੋ ਉਹ ਮਨੁੱਖ ਲੋਕਾਂ ਦੀ ਵਡਿਆਈ ਕਰਕੇ ਆਪਣੇ ਆਪ ਹਉਮੈ ਦੇ ਵਿੱਚ ਆ ਜਾਂਦਾ ਹੈ ਕਿ ਲੋਕਾਂ ਦੀ ਵਾਹ ਵਾਹ ਖੱਟਣ ਵਾਸਤੇ ਇੱਕ ਵਿਖਾਵਾ ਕਰ ਰਿਹਾ ਹੈ, ਤੀਰਥਾਂ ਤੇ ਨਹਾਉਣ ਦਾ ਵਿਖਾਵਾ ਕਰ ਰਿਹਾ, ਸੇਵਾ ਦਾ ਵਿਖਾਵਾ ਕਰ ਰਿਹਾ, ਕਹਿੰਦੇ ਉਸ ਬੰਦੇ ਦੀ ਹਉਮੈ ਹੀ ਉਸ ਨੂੰ ਲੈ ਕੇ ਬੈਠ ਜਾਂਦੀ ਹੈ। ਉਲਟਾ ਉਸ ਨੂੰ ਹਉਮੈ ਦਾ ਰੋਗ ਹੋਰ ਵੀ ਵੱਧ ਜਾਂਦਾ ਹੈ ਕਿ ਉਹ ਤੀਰਥਾਂ ਤੇ ਇਸ਼ਨਾਨ ਕਰਨਾ ਉਹਦਾ ਵਿਅਰਥ ਹੋ ਜਾਂਦਾ। ਉਹ ਜਨਮ ਮਰਨ ਦੇ ਗੇੜ ਦੇ ਵਿੱਚ ਫੇਰ ਪਿਆ ਰਹਿੰਦਾ, ਜਨਮ ਲੈਂਦਾ ਮਰਦਾ, ਜਨਮ ਲੈਂਦਾ ਮਰਦਾ। ਉਸ ਹਉਮੈ ਦਾ, ਉਹਨੂੰ ਹੰਕਾਰ ਦਾ ਜੋ ਰੋਗ ਲੱਗ ਜਾਂਦਾ ਹੈ, ਤੇ ਉਹ ਇਹਨਾਂ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਉਸ ਦੇ ਅੰਦਰ ਦੀ ਹਉਮੈ ਨਹੀਂ ਜਾਂਦੀ। ਤੇ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਉਹ ਪਰਮਾਤਮਾ ਕੋਈ ਅਣਜਾਣ ਨਹੀਂ, ਕੋਈ ਬੱਚਾ ਨਹੀਂ, ਉਹ ਤਾਂ ਸਭ ਦਿਲ ਦੀਆਂ ਜਾਣਨ ਵਾਲਾ ਹੈ। ਤੇ ਜੋ ਬੰਦਾ ਹੰਕਾਰ ਕਰਕੇ, ਲੋਕਾਂ ਦੀ ਵਡਿਆਈ ਕਰਕੇ ਤੀਰਥਾਂ ਤੇ ਜਾਂਦੇ ਆ, ਤੀਰਥਾਂ ਤੇ ਨਹਾਉਂਦੇ ਆ, ਤੇ ਉਹ ਮਨ ਦੇ ਵਿੱਚ ਸ਼ਰਧਾ ਨਹੀਂ, ਭਾਵਨਾ ਨਹੀਂ, ਮਨ ਦੇ ਵਿੱਚ ਵਿਕਾਰ ਹੈ, ਤੇ ਉਹਨਾਂ ਤੀਰਥਾਂ ਤੇ ਨਹਾਉਣਾ ਵਿਅਰਥ ਹੈ। ਤੇ ਭਗਤ ਕਬੀਰ ਜੀ ਕਹਿੰਦੇ ਹਨ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਨ ਗੁਰ ਕੀ ਸੇਵਾ ਰਹਾਉ। ਤੇ ਭਗਤ ਜੀ ਕਹਿੰਦੇ ਸੋ ਇੱਕ ਪਰਮਾਤਮਾ ਹੈ, ਜੋ ਦਾਤਾਂ ਦੇਣ ਵਾਲਾ, ਉਹ ਦੇਵ ਹੈ, ਪਰਮਾਤਮਾ ਹੈ। ਉਸ ਪਰਮਾਤਮਾ ਦੀ ਬੰਦਗੀ ਕਰੋ, ਉਸ ਦਾ ਭਜਨ ਕਰੋ। ਤੇ ਕਹਿੰਦੇ ਉਹ ਪ੍ਰਕਾਸ਼ਵਾਨ ਹੈ, ਉਹ ਜਨਮ ਮਰਨ ਤੋਂ ਰਹਿਤ ਹੈ। ਉਸ ਦੇ ਨਾਲ ਜੁੜਨ ਨਾਲ, ਪਰਮਾਤਮਾ ਦੇ ਨਾਲ ਜੁੜਨ ਨਾਲ ਫੇਰ ਹੀ ਫਾਇਦਾ ਹੋਵੇਗਾ। ਸਾਚਾ ਨਾਵਨ ਗੁਰ ਕੀ ਸੇਵਾ, ਭਾਵ ਕਿ ਇਸ਼ਨਾਨ ਉਹਨਾਂ ਦਾ ਸਫਲ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰਦੇ ਹਨ, ਭਾਵ ਕਿ ਸੱਚ ਦੇ ਮਾਰਗ ਤੇ ਤੁਰਦੇ ਹਨ। ਜੋ ਇਸ਼ਨਾਨ ਕਰਨ ਜਾਂਦੇ ਹਨ, ਮਨ ਨੂੰ ਨੀਵਾ ਕਰਕੇ ਜਾਂਦੇ ਹਨ, ਸ਼ਰਧਾ ਭਾਵਨਾ ਦੇ ਨਾਲ ਜਾਂਦੇ ਹਨ, ਗੁਰੂ ਸਾਹਿਬ ਨੂੰ ਹਾਜ਼ਰ ਸਮਝਦੇ ਹਨ, ਤੇ ਉਸ ਸੱਚੇ ਮਾਰਗ ਤੇ ਚੱਲਦੇ ਹਨ ਜੋ ਸਰਬੱਤ ਦਾ ਭਲਾ ਮੰਗਦੇ ਆ ਤੇ ਸਰਬੱਤ ਦਾ ਭਲਾ ਕਰਦੇ ਆ, ਜਿਸ ਦੇ ਮਨ ਦੇ ਵਿੱਚ ਕੋਈ ਖੋਟ ਨਹੀਂ ਹੈ, ਕੋਈ ਚਤਰ ਚਲਾਕੀ ਨਹੀਂ ਹੈ, ਕੋਈ ਵਿਕਾਰਾਂ ਦੀ ਮੈਲ ਨਹੀਂ ਹੈ। ਤੇ ਉਹਨਾਂ ਦਾ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਦੇ ਨਾਲ ਉਹਨਾਂ ਦਾ ਸੱਚਾ ਇਸ਼ਨਾਨ ਹੁੰਦਾ ਹੈ ਤੇ ਗੁਰੂ ਦੀ ਸੇਵਾ ਹੁੰਦੀ ਹੈ। ਜਲ ਕੈ ਮੱਜਣ ਜੇ ਗਤ ਹੋਵੈ,
ਨਿਤ ਨਿਤ ਮੇਂਢਕ ਨਾਵੈ। ਜਲ ਕੈ ਮੱਜਨ ਭਾਵ ਇਸ਼ਨਾਨ। ਇੱਥੇ ਮੱਜਨ ਸ਼ਬਦ ਹੈ ਜੋ ਇਸ਼ਨਾਨ ਦੀ ਗੱਲ ਕੀਤੀ ਹੈ। ਇੱਕ ਮੰਜਨ ਹੁੰਦਾ ਜੋ ਦੰਦਾਂ ਨੂੰ ਸਾਫ਼ ਕਰਨ ਵਾਸਤੇ। ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ। ਮੇਂਢਕ ਕਹਿੰਦੇ ਨੇ ਡੱਡੂ ਨੂੰ। ਕਹਿੰਦੇ ਪਾਣੀ ਦੇ ਵਿੱਚ ਚੁੱਭੀਆਂ ਲਾਉਣ ਦੇ ਨਾਲ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਕਹਿੰਦੇ ਪਾਣੀ ਦੇ ਵਿੱਚ ਨਹਾਉਂਦੇ ਹੈ। ਹੁਣ ਇਸ ਗੱਲ ਨੂੰ ਅਸੀਂ ਸਮਝਣਾ ਹੈ ਕਿ ਭਗਤ ਜੀ ਨੇ ਕਿਉਂ ਕਿਹਾ ਹੈ ਕਿ ਡੱਡੂ ਪਾਣੀ ਦੇ ਵਿੱਚ ਹੀ ਰਹਿੰਦੇ ਆ, ਨਹਾਉਂਦੇ ਰਹਿੰਦੇ ਆ। ਕਹਿਣ ਦਾ ਭਾਵ ਫਿਰ ਇੱਥੇ ਉਹਨਾਂ ਨੇ ਗੱਲ ਕੀਤੀ ਹੈ ਜੋ ਮਨ ਦੇ ਵਿੱਚ ਹੰਕਾਰ ਆ ਜਾਂਦਾ ਕਿ ਮੈਂ ਤਾਂ ਬੜਾ ਸੁਚਮ ਦੇ ਨਾਲ ਰਹਿਣਾ ਤੇ ਮੈਂ ਤਾਂ ਤਨ ਨੂੰ ਸਾਫ਼ ਰੱਖਦਾ ਹੈ, ਤੇ ਉਹ ਮਨ ਦੇ ਵਿੱਚ ਹਉਮੈ ਆਉਂਦੀ ਹੈ ਤੇ ਹਉਮੈ ਦੇ ਨਾਲ ਇਹ ਰੋਗ ਹਉਮੈ ਦਾ ਇੱਕ ਹੋਰ ਲੱਗ ਜਾਂਦਾ ਹੈ ਤੇ ਇਸ ਦੇ ਵਿੱਚ ਫਿਰ ਵਿਸ਼ੇ ਵਿਕਾਰ ਵੀ ਆ ਜਾਂਦੇ ਹੈ। ਤੇ ਕਹਿੰਦੇ ਵੀ ਜੇ ਬਾਹਰਲਾ ਇਸ਼ਨਾਨ ਕੀਤਿਆਂ ਕੁਛ ਨਹੀਂ ਹੁੰਦਾ, ਜੇ ਤੇਰੇ ਮਨ ਦੇ ਵਿੱਚ ਅੰਦਰੋਂ ਮਾੜੇ ਫੁਰਨੇ ਨਹੀਂ ਜਾਂਦੇ, ਵਿਕਾਰ ਨਹੀਂ ਖਤਮ ਹੋਏ, ਹਉਮੈ ਨਹੀਂ ਖਤਮ ਹੋਈ, ਤੇ ਇਹ ਬਾਹਰਲਾ ਸਰੀਰ ਰੂਪੀ ਜੋ ਤੂੰ ਇਸ਼ਨਾਨ ਕਰਦਾ ਇਹਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹ ਤਾਂ ਡੱਡੂ ਵੀ ਕਰਦੇ ਹਨ। ਜੇ ਬਾਹਰਲਾ ਇਸ਼ਨਾਨ ਕਹੀਏ ਤਾਂ ਕਹਿੰਦੇ ਡੱਡੂ ਵੀ ਮੁਕਤੀ ਪਾ ਸਕਦੇ ਹਨ। ਤੇ ਇਸ ਕਰਕੇ ਭਗਤ ਕਬੀਰ ਜੀ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਸਮਝਾਉਂਦੇ ਹਨ ਕਿ ਹੇ ਇਨਸਾਨ, ਹੇ ਮਨੁੱਖ, ਤੂੰ ਐਵੇਂ ਨਾ ਆਪਣੇ ਆਪ ਦੇ ਵਿੱਚ ਗੁਮਾਨ ਦੇ ਵਿੱਚ ਫਿਰ, ਐਵੇਂ ਨਾ ਵਡਿਆਈ ਦੇ ਵਿੱਚ ਫਿਰ, ਲੋਕਾਂ ਦੀ ਵਡਿਆਈ ਕਾਰਨ ਤੂੰ ਹਉਮੈ ਦੇ ਵਿੱਚ ਨਾ ਆ। ਜੇ ਉਹ ਤੇਰਾ ਨਹਾਤਿਆਂ ਸਫਲ ਨਹੀਂ ਹੋਣਾ ਜਿੰਨਾ ਚਿਰ ਤੂੰ ਮਨ ਦਾ ਇਸ਼ਨਾਨ ਨਹੀਂ ਕਰਾਉਂਦਾ। ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਫਿਰ ਜੋ ਨੀ ਆਵੈ। ਕਹਿੰਦੇ ਕਿ ਜਿਵੇਂ ਉਹ ਡੱਡੂ ਹਨ ਤਿਵੇਂ ਇਹ ਮਨੁੱਖ ਹੈ, ਸਦਾ ਜੂਨਾਂ ਦੇ ਵਿੱਚ ਪਏ ਰਹਿੰਦੇ ਹਨ, ਕਿਉਂਕਿ ਪਰਮਾਤਮਾ ਇਹਨਾਂ ਨੂੰ ਯਾਦ ਨਹੀਂ। ਪਰਮਾਤਮਾ ਦਾ ਨਾਮ ਤੋਂ ਬਿਨਾਂ ਇਹ ਉਸ ਡੱਡੂ ਦੀ ਵਾਂਗੂ ਹੈ ਜੋ ਪਾਣੀ ਦੇ ਵਿੱਚ ਰਹਿੰਦੇ ਆ ਪਰ ਉਹਨਾਂ ਦੀ ਮੁਕਤੀ ਨਹੀਂ ਹੁੰਦੀ। ਹੇ ਮਨੁੱਖ, ਜਿੰਨਾ ਚਿਰ ਤੂੰ ਆਪਣੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਆਪਣੇ ਗੁਰੂ ਦੇ ਰਸਤੇ ਤੇ ਨਹੀਂ ਚੱਲਦਾ, ਉਸ ਸੱਚੇ ਮਾਰਗ ਤੇ ਨਹੀਂ ਚੱਲਦਾ, ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ ਡੱਡੂ ਦੀ ਨਿਆਈ ਹੈ। ਲੱਖ ਭਾਵਾਂ ਤੂੰ ਸਰੋਵਰਾਂ ਤੇ ਇਸ਼ਨਾਨ ਕਰ, ਪਰ ਜਿੰਨਾ ਚਿਰ ਤੂੰ ਆਪਣੇ ਮਨ ਦਾ ਇਸ਼ਨਾਨ ਨਹੀਂ ਕਰਾਉਂਦਾ, ਭਾਵ ਗੁਰੂ ਦੇ ਨਾਲ ਨਹੀਂ ਜੁੜਦਾ, ਤੇ ਇਹ ਇਸ਼ਨਾਨ ਸਭ ਵਿਅਰਥ ਹਨ। ਤੇ ਭਗਤ ਜੀ ਅੱਗੇ ਕਹਿੰਦੇ ਹਨ, ਮਨੋ ਕਠੋਰ ਮਰੈ ਬਨਾਰਸ, ਨਰਕ ਨ ਬੰਚ ਅਜਾਈ। ਹਰਿ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ। ਕਠੋਰ ਹੁੰਦਾ ਕਰੜਾ, ਕੋਰਾ, ਜਿਸ ਦੇ ਮਨ ਦੇ ਵਿੱਚ ਦਇਆ ਨਹੀਂ, ਹੰਕਾਰ ਹੈ, ਜਿਸ ਦੇ ਮਨ ਦੇ ਵਿੱਚ ਕੋਮਲਤਾ ਨਹੀਂ ਹੈ, ਮਨ ਦੇ ਵਿੱਚ ਪਿਆਰ ਨਹੀਂ, ਭਾਵਨਾ ਨਹੀਂ, ਸ਼ਰਧਾ ਨਹੀਂ, ਉਸ ਨੂੰ ਭਗਤ ਕਬੀਰ ਜੀ ਨੇ ਕਠੋਰ ਕਿਹਾ। ਨਾ ਬਾਂਚਿਆ ਜਾਏ, ਭਾਵ ਬਚਿਆ ਨਹੀਂ ਜਾ ਸਕਦਾ। ਕਿਸ ਤੋਂ? ਕਿ ਉਸ ਸਮੇਂ ਦੇ ਵਿੱਚ ਪੰਡਤਾਂ ਨੇ ਇਹ ਕਿਹਾ ਸੀ ਜੋ ਬਨਾਰਸ ਹੈ, ਜੋ ਕਾਂਸ਼ੀ ਹੈ, ਉਸ ਨੂੰ ਪਵਿੱਤਰ ਧਰਤੀ ਦਾ ਦਰਜਾ ਦਿੱਤਾ ਗਿਆ ਸੀ ਕਿ ਜੋ ਮਨੁੱਖ ਕਾਂਸ਼ੀ ਦੇ ਵਿੱਚ ਸਰੀਰ ਤਿਆਗੇ, ਆਪਣੇ ਸਵਾਸ ਜੋ ਇਨਸਾਨ ਇਸ ਧਰਤੀ ਤੇ ਛੱਡਦਾ ਹੈ, ਤੇ ਉਹ ਕਹਿੰਦੇ ਸਿੱਧਾ ਸਵਰਗਾਂ ਨੂੰ ਜਾਂਦਾ ਹੈ। ਤੇ ਭਾਵੇਂ ਕਹਿੰਦੇ ਪਰ ਉਹ ਮਨੋਂ ਕਠੋਰ ਰਹੇ, ਤੇ ਭਾਵੇਂ ਕੋਈ ਪਾਪੀ ਹੋਵੇ, ਤੇ ਇਸ ਧਰਤੀ ਨੂੰ ਇਹਨਾਂ ਨੇ ਪੰਡਤਾਂ ਨੇ ਸਵਰਗ ਦੀ ਨਿਆਈ ਦੱਸਿਆ ਕਿ ਜੋ ਇਸ ਧਰਤੀ ਤੇ ਪ੍ਰਾਣ ਛੱਡਦਾ ਹੈ ਤੇ ਉਹ ਸਿੱਧਾ ਕਹਿੰਦੇ ਸਵਰਗਾਂ ਨੂੰ ਜਾਂਦਾ ਹੈ।
ਉਸ ਸਮੇਂ ਦੇ ਵਿੱਚ ਉੱਥੇ ਆਰੇ ਵੀ ਲਾਏ ਗਏ ਸਨ ਕਿ ਇਹਨਾਂ ਪੰਡਤਾਂ ਵੱਲੋਂ ਕਿਹਾ ਗਿਆ ਸੀ ਕਿ ਜੋ ਇਨਸਾਨ ਇਸ ਆਰੇ ਦੇ ਥੱਲੇ ਆਪਣੇ ਆਪ ਨੂੰ ਚਰਵਾ ਦੇਵੇਗਾ, ਉਹ ਇਸ ਸਰੀਰ ਨੂੰ ਇੱਥੋਂ ਛੱਡ ਦੇਵੇਗਾ ਤੇ ਉਹਦੀ ਸਿੱਧੀ ਪਰਮ ਗਤੀ ਹੋ ਜਾਵੇਗੀ, ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ। ਤੇ ਪਰ ਭਗਤ ਕਬੀਰ ਜੀ ਕਹਿੰਦੇ ਹਨ, ਜੇ ਮਨੁੱਖ ਕਾਂਸ਼ੀ ਦੇ ਵਿੱਚ ਰਹਿ ਕੇ ਸਰੀਰ ਤਿਆਗੇ, ਪਰ ਉਹ ਮਨ ਦਾ ਕਠੋਰ ਹੋਵੇ, ਜੋ ਸਦਾ ਪਾਪ ਕਰਦਾ ਹੋਵੇ, ਜਿਸ ਦੇ ਮਨ ਦੇ ਵਿੱਚ ਵਿਕਾਰ ਹੋਣ, ਤੇ ਇਸ ਤਰ੍ਹਾਂ ਕਹਿੰਦੇ ਉਸ ਦਾ ਨਰਕ ਦੇ ਵਿੱਚ ਪੈਣਾ ਅਵਸ਼ ਹੈ। ਭਾਵ ਉਹ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦਾ, ਉਹਨੇ ਨਰਕਾਂ ਦੇ ਵਿੱਚ ਪੈਣਾ ਹੀ ਹੈ। ਜੋ ਗੁਰੂ ਤੋਂ ਬੇਮੁਖ ਹੈ, ਜਿਸ ਦੇ ਮਨ ਦੇ ਵਿੱਚ ਦਇਆ ਨਹੀਂ, ਕਿਸੇ ਦਾ ਕੁਝ ਸਵਾਰਿਆ ਨਹੀਂ, ਕਿਸੇ ਦਾ ਭਲਾ ਨਹੀਂ ਕੀਤਾ, ਤੇ ਕਹਿੰਦੇ ਉਹ ਮਨੁੱਖ ਬੇਸ਼ੱਕ ਕਾਂਸ਼ੀ ਦੀ ਧਰਤੀ ਤੇ ਹੋਵੇ, ਭਾਵੇਂ ਬਨਾਰਸ ਦੀ ਧਰਤੀ ਤੇ ਹੋਵੇ, ਤੇ ਕਹਿੰਦੇ ਪਰਮਾਤਮਾ ਤੋਂ ਬਿਨਾ ਜਿੰਨਾ ਚਿਰ ਉਸ ਇਨਸਾਨ ਦਾ ਪਰਮਾਤਮਾ ਦੇ ਨਾਲ ਮਨ ਨਹੀਂ ਜੁੜਦਾ, ਉਸ ਦੇ ਨਾਲ ਪਿਆਰ ਨਹੀਂ ਪੈਂਦਾ, ਤੇ ਉਹ ਜੰਮਣ ਮਰਨ ਦੇ ਗੇੜ ਦੇ ਵਿੱਚ ਪਿਆਰ ਰਹੇਗਾ। ਤੇ ਕਹਿੰਦੇ ਅੱਗੇ ਕਹਿੰਦੇ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਤੇ ਹੁਣ ਇਹਨਾਂ ਲੋਕਾਂ ਨੇ, ਪੰਡਤਾਂ ਨੇ ਕਿਹਾ ਕਿ ਜੋ ਹੜੰਬੇ ਦੀ ਧਰਤੀ ਹੈ, ਭਾਵ ਕਿ ਮਗਹਰ ਦੀ ਜੋ ਕਲਰਾਠੀ ਧਰਤੀ ਹੈ, ਕਹਿੰਦੇ ਜੋ ਜੀਵ ਇਸ ਧਰਤੀ ਤੇ ਮਰੇਗਾ, ਉਹ ਭਾਵਾਂ ਦੀ ਕੋਈ ਪੁੰਨ ਕਰਦਾ ਹੋਵੇ, ਧਰਮ ਕਰਦਾ ਹੋਵੇ, ਕੋਈ ਗੁਰੂ ਦੇ ਨਾਲ ਜੁੜਿਆ ਹੋਵੇ, ਤੇ ਕਹਿੰਦੇ ਇਹ ਧਰਤੀ ਇਹੋ ਜਿਹੀ ਹੈ ਤੇ ਕੋਈ ਕਹਿੰਦੇ ਸਵਰਗਾਂ ਨੂੰ ਨਹੀਂ ਜਾ ਸਕਦਾ, ਕਿਸੇ ਦੀ ਮੁਕਤੀ ਨਹੀਂ ਹੋ ਸਕਦੀ। ਤੇ ਪਰ ਭਗਤ ਕਬੀਰ ਜੀ ਇੱਥੇ ਬੜੇ ਦ੍ਰਿੜ ਨਿਸ਼ਚੇ ਨਾਲ ਕਹਿੰਦੇ ਹਨ, ਤੇ ਪ੍ਰਮਾਤਮਾ ਦਾ ਭਗਤ ਮਗਹਰ ਦੀ ਸਰਾਪੀ ਹੋਈ ਧਰਤੀ ਦੇ ਵਿੱਚ ਵੀ ਜੇ ਮਰ ਜਾਏ, ਕਹਿੰਦੇ ਉਹ ਆਪ ਤਾਂ ਤਰਦਾ ਹੈ, ਤੇ ਉੱਥੋਂ ਦੀ ਸਾਰੀ ਪਰਜਾ, ਉੱਥੋਂ ਦੇ ਜੋ ਲੋਕ ਹੈ, ਤੇ ਉਹਨਾਂ ਲੋਕਾਂ ਨੂੰ ਵੀ ਤਾਰ ਲੈਂਦਾ, ਕਿਉਂਕਿ ਉਹ ਪ੍ਰਮਾਤਮਾ ਦੇ ਨਾਲ ਜੁੜਦਾ ਹੈ, ਤੇ ਪ੍ਰਮਾਤਮਾ ਦੇ ਗੁਣ ਗਾਉਣ ਨਾਲ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ, ਜੋ ਪ੍ਰਮਾਤਮਾ ਦਾ ਜਸ ਕਰਦੇ ਹੈ। ਤੇ ਕਹਿੰਦੇ ਵੀ ਕੱਚੇ ਚੇਲਿਆਂ ਨੇ, ਕੱਚੇ ਗੁਰੂਆਂ ਨੇ ਕਹਿੰਦੇ ਆਪਣੀ ਬੇੜੀ ਤਾਂ ਡੋਬਣੀ ਹੁੰਦੀ ਹੈ, ਤੇ ਨਾਲ ਚੇਲਿਆਂ ਦੀ ਵੀ ਡੋਬ ਦਿੰਦੇ ਆ। ਜੋ ਚੇਲੇ ਉਹਨਾਂ ਦੇ ਗਾਂਹ ਲੋਕਾਂ ਨੂੰ ਵੀ ਇਹ ਦੱਸਦੇ ਕਿ ਸਾਡਾ ਗੁਰੂ ਹੈ, ਉਹ ਲੋਕ ਹੋਰਾਂ ਨੂੰ ਵੀ ਨਾਲ ਡੁਬੋ ਦਿੰਦੇ ਹਨ। ਤੇ ਪਰ ਇੱਥੇ ਭਗਤ ਜੀ ਕਹਿੰਦੇ ਹਨ, ਜੋ ਪਰਮਾਤਮਾ ਦੀ ਭਗਤੀ ਕਰਦਾ ਹੈ, ਕਹਿੰਦੇ ਉਹਨੇ ਆਪ ਨੇ ਤਾਂ ਤਰਨਾ ਹੀ ਤਰਨਾ, ਤੇ ਨਾਲ ਉਹਨਾਂ ਦੇ ਸੰਗੀ ਸਾਥੀ ਹਨ, ਉਹਨਾਂ ਨੂੰ ਵੀ ਇਸ ਧਰਤੀ ਤੇ ਤਾਰ ਦਿੰਦੇ ਹਨ। ਤੇ ਅੱਗੇ ਭਗਤ ਜੀ ਕਹਿੰਦੇ ਹਨ, ਦਿਨ ਨਰੈਣ ਬੇਦ ਨਿਸਾਤਰ, ਤਹਾ ਬਸੈ ਨਿਰੰਕਾਰਾ, ਕਹੈ ਕਬੀਰ ਨਰ ਤਿਸੈ ਧਿਆਵੋ, ਭਾਵ ਰਿਆ ਸੰਸਾਰਾ। ਰਹਿਣ ਰਾਤ ਤਾਂ ਉਸ ਆਤਮਿਕ ਅਵਸਥਾ ਵਿੱਚ, ਭਾਵ ਕਿ ਪਰਮਾਤਮਾ ਉੱਥੇ ਵਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਭਾਵ ਕੋਈ ਦਿਨ ਦਾ ਨਹੀਂ, ਕੋਈ ਰਾਤ ਦਾ ਨਹੀਂ, ਜਿੱਥੇ ਕੋਈ ਵੇਦ ਨਹੀਂ, ਜਿੱਥੇ ਕੋਈ ਸ਼ਾਸਤਰ ਨਹੀਂ, ਭਾਵ ਉਹ ਪ੍ਰਭੂ, ਉਹ ਪਰਮਾਤਮਾ ਉਸ ਆਤਮਿਕ ਅਵਸਥਾ ਦੇ ਵਿੱਚ ਆਪਣੇ ਮਿਲਦਾ ਹੈ। ਜੋ ਆਤਮ ਅਵਸਥਾ ਕਿਸੇ ਖਾਸ ਸਮੇਂ ਦੀ ਮੁਹਤਾਜ ਨਹੀਂ, ਕਿਸੇ ਮੁਹੂਰਤ ਦੀ ਮੁਹਤਾਜ ਨਹੀਂ, ਕਿਸੇ ਸਮੇਂ ਦੀ, ਕਿਸੇ ਪਲ ਘੜੀ ਦੀ ਮੁਹਤਾਜ ਨਹੀਂ, ਤੇ ਕਿਸੇ ਖਾਸ ਧਰਮ ਜਾਂ ਪੁਸਤਕ ਦੀ ਕੋਈ ਮੁਹਤਾਜ ਨਹੀਂ। ਇਹ ਅਵਸਥਾ ਉੱਥੇ ਪਹੁੰਚ ਜਾਂਦੀ ਹੈ ਜਿੱਥੇ ਇਸ ਦੁਨੀਆ ਦਾ ਕੋਈ ਸੰਬੰਧ ਨਹੀਂ, ਇਹਨਾਂ ਲੋਕਾਂ ਦਾ ਕੋਈ ਸੰਬੰਧ ਨਹੀਂ, ਕਿਉਂਕਿ ਉਹ ਪਰਮਾਤਮਾ ਦੀ ਅੰਸ਼ ਜੋ ਆਤਮਾ, ਆਤਮਾ ਪ੍ਰਾਤਮਾ ਏਕੋ ਕਰ ਹੈ। ਜਿਸ ਸਮੇਂ ਅਸੀਂ ਪਰਮਾਤਮਾ ਦੀ ਆਰਾਧਨਾ ਕਰਦੇ ਹਾਂ, ਉਸ ਨੂੰ ਯਾਦ ਕਰਦੇ ਹਾਂ, ਤੇ ਇਹ ਜੋਤ ਉਸ ਪਰਮਾਤਮਾ ਦੀ ਜੋਤ ਦੇ ਨਾਲ ਜਾ ਮਿਲਦੀ ਹੈ। ਤੇ ਜਿੱਥੇ ਕੋਈ ਸ਼ਾਸਤਰ ਜਾਂ ਹੋਰ ਕੋਈ ਵਿਦਿਆ ਨਹੀਂ ਪਹੁੰਚ ਸਕਦੀ,
ਤੇ ਕੋਈ ਧਰਮ ਨਹੀਂ, ਕੋਈ ਕਹਿੰਦੇ ਧਰਮ ਗ੍ਰੰਥ ਜਾਂ ਪੁਸਤਕ ਕੋਈ ਇਸ ਦੇ ਮੁਹਤਾਜ ਨਹੀਂ ਹੈ, ਕਿਉਂਕਿ ਪਰਮਾਤਮਾ ਇੱਕ ਅਟੱਲ ਹੈ, ਜੁਗੋ ਜੁਗ ਅਟੱਲ ਸਦਾ ਰਹਿਣ ਵਾਲਾ ਹੈ। ਤੇ ਅੱਗੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਨੇ, ਕਹੈ ਕਬੀਰ ਨਰ ਤਿਸੈ ਧਿਆਵੋ ਬਾਵਰਿਆ ਸੰਸਾਰਾ। ਇੱਥੋਂ ਤੱਕ ਕਹਿ ਦਿੱਤਾ। ਕਹੈ ਕਹਿੰਦੇ ਹਨ ਨਰ ਹੇ ਮਨੁੱਖ, ਤੇ ਭਗਤ ਕਬੀਰ ਜੀ ਆਖਦੇ ਨੇ ਹੇ ਮਨੁੱਖ, ਹੇ ਦੁਨੀਆ ਦੇ ਕਮਲੇ ਲੋਕੋ, ਬਾਵਰਿਆ ਸੰਸਾਰਾ, ਸੰਸਾਰ ਨੂੰ ਕਹਿਆ, ਕਿਉਂਕਿ ਉਸ ਸਮੇਂ ਦੇ ਵਿੱਚ ਜੋ ਬ੍ਰਾਹਮਣ ਸਨ ਇਹ ਆਪਣੇ ਆਪ ਨੂੰ ਗੁਰੂ ਖਵਾਉਂਦੇ ਸਨ ਕਿ ਅਸੀਂ ਇਹਨਾਂ ਦੇ ਗੁਰੂ ਹਾਂ। ਤੇ ਭਗਤ ਕਬੀਰ ਸਿੰਘ ਜੀ, ਕਬੀਰ ਸਾਹਿਬ ਜੀ ਕਹਿੰਦੇ ਸਨ ਕਿ ਅਸੀਂ ਇਹਨਾਂ ਬ੍ਰਾਹਮਣਾਂ ਨੂੰ ਗੁਰੂ ਨਹੀਂ ਮੰਨਦੇ। ਤੇ ਭਗਤ ਕਬੀਰ ਜੀ ਦੇ ਸਲੋਕਾਂ ਦੇ ਵਿੱਚ ਵੀ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਕਿ ਕਬੀਰ ਸਾਹਿਬ ਕਹਿੰਦੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਕਹਿੰਦੇ ਕਿ ਸੰਸਾਰ ਬੇਸ਼ੱਕ ਤੁਹਾਨੂੰ ਆਪਣਾ ਗੁਰੂ ਮੰਨ ਲਵੇ, ਪਰ ਜੋ ਪ੍ਰਮਾਤਮਾ ਦੇ ਨਾਲ ਜੁੜੇ ਹਨ ਉਸ ਦੀ ਬੰਦਗੀ ਕਰਦੇ ਹਨ ਤੇ ਉਹ ਕਹਿੰਦੇ ਤੁਹਾਨੂੰ ਆਪਣਾ ਗੁਰੂ ਨਹੀਂ ਮੰਨਦੇ, ਕਿਉਂਕਿ ਗੁਰੂ ਤਾਂ ਸਭ ਥਾਂ ਤੇ ਰਮਿਆ ਹੋਇਆ ਹੈ, ਸਭ ਦਾ ਪ੍ਰਮਾਤਮਾ ਇੱਕ ਹੈ। ਕਹਿੰਦੇ ਬਾਬਰਾ ਇਹ ਸੰਸਾਰ ਪਾਗਲ ਹੋ ਗਿਆ ਜੋ ਤੁਹਾਨੂੰ ਗੁਰੂ ਮੰਨ ਬੈਠਾ ਹੈ। ਤੁਸੀਂ ਬ੍ਰਾਹਮਣ ਆਪਣੇ ਆਪ ਨੂੰ ਉੱਚਾ ਖਵਾਉਣ ਵਾਲੇ ਹੋ, ਇਹਨਾਂ ਤੋਂ ਸਭ ਕੁਝ ਖਾਂਦੇ ਵੀ ਹੋ, ਪਰ ਫਿਰ ਵੀ ਇਹਨਾਂ ਨੂੰ ਨੀਵਾਂ ਆਖਦੇ ਹੋ। ਤੇ ਕਬੀਰ ਸਾਹਿਬ ਨੇ ਹੇ ਮਨੁੱਖ, ਹੇ ਸੰਸਾਰ ਦੇ ਕਮਲੇ ਲੋਕੋ, ਇਹਨਾਂ ਮਗਰ ਨਾ ਲੱਗੋ, ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਤੁਹਾਡੇ ਸੰਗ ਰਹੇਗਾ, ਜੋ ਅੰਗ ਸੰਗ ਰਹੇਗਾ। ਉਸ ਪਰਮਾਤਮਾ ਦੀ ਵਡਿਆਈ ਕਰੋ, ਉਸ ਪਰਮਾਤਮਾ ਨੂੰ ਚੇਤੇ ਰੱਖੋ, ਉਸ ਪਰਮਾਤਮਾ ਨੂੰ ਯਾਦ ਰੱਖੋ ਜੋ ਆਪ ਮੁਕਤ ਅਵਰੈ ਮੁਕਤ ਕਰਾਵੈ। ਕਹਿਣ ਦਾ ਭਾਵ ਕਿ ਜੋ ਆਪ ਮੁਕਤ ਹੈ ਤੇ ਤੁਹਾਨੂੰ ਵੀ ਮੁਕਤੀ ਮਿਲ ਜਾਵੇਗੀ ਜੇ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜੋਗੇ, ਪਰਮਾਤਮਾ ਦੇ ਨਾਲ ਪ੍ਰੇਮ ਪਾਵੋਗੇ, ਤੁਹਾਡਾ ਜਨਮ ਮਰਨ ਕੱਟਿਆ ਜਾਵੇਗਾ ਤੇ ਇਸ ਸੰਸਾਰ ਤੇ ਆਉਣਾ ਤੁਹਾਡਾ ਸਫਲ ਹੋ ਜਾਵੇਗਾ। ਇਹ ਜੋ ਭਗਤ ਕਬੀਰ ਜੀ ਨੇ ਆਪਣੇ ਇਸ ਸ਼ਬਦ ਦੇ ਵਿੱਚ ਸਾਡੇ ਕਲਯੁਗੀ ਜੀਵਾਂ ਨੂੰ ਸਮਝਾਇਆ ਹੈ ਕਿ ਇੱਕ ਪਰਮਾਤਮਾ ਦੇ ਨਾਲ ਜੁੜੋ, ਉਸ ਪਰਮਾਤਮਾ ਨੇ ਮੁਕਤੀ ਦੇਣੀ ਹੈ। ਕੋਈ ਵੀ ਇਨਸਾਨ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ, ਇਹ ਆਪ ਕਾਲ ਦੇ ਵਸ ਹਨ। ਜੋ ਕਾਲ ਦੇ ਵਸ ਹੁੰਦਾ ਹੈ ਉਹ ਦੂਜੇ ਨੂੰ ਮੁਕਤੀ ਕਿਵੇਂ ਦਿਵਾ ਸਕਦਾ, ਕਿਉਂਕਿ ਉਹ ਆਪ ਕਾਲ ਦੇ ਵਸ ਹੈ ਤੇ ਸਾਨੂੰ ਕਾਲ ਤੋਂ ਕਿਵੇਂ ਮੁਕਤ ਕਰਾਵੇਗਾ। ਇਹ ਭਗਤ ਕਬੀਰ ਜੀ ਦੇ ਬਚਨ ਸਨ। ਸੋ ਹੋਈਆਂ ਭੁੱਲਾਂ ਦੀ ਖਿਮਾ ਪ੍ਰਮਾਤਮਾ ਕਿਰਪਾ ਕਰਨ, ਸਭ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਕਰਨ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ